ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ। ਤਿੰਨਾਂ ਦੀ ਹਜ਼ੂਰੀ ਵਿੱਚ ਸੁਭਾਈਮਾਨ ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ ਆਓ। ਸਾਰੀਆਂ ਵਿਚਾਰਾਂ ਤੋਂ ਪਹਿਲਾਂ ਸਤਿਗੁਰੂ ਨੂੰ ਸੀਸ ਨਿਵਾ ਕੇ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ। ਸਾਨੂੰ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜਨ ਦਾ ਸੁਭਾਗੀ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ। ਦੇ ਨਾਲ ਅੱਜ ਦੀਵਾਲੀ ਦਾ ਦਿਨ ਵੀ ਹੈ ਅਤੇ ਨਾਲ ਬੰਦੀ ਛੋੜ ਦਿਵਸ ਵੀ ਹੈ। ਸਮੂਹ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ, ਦੀਵਾਲੀ ਦੀਆਂ ਲੱਖ ਲੱਖ ਵਧਾਈਆਂ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣ। ਘਰਾਂ ਪਰਿਵਾਰਾਂ ਵਿਖੇ ਦੇਹ ਰੋਗਤਾਵਾਂ, ਸੁੱਖ ਸ਼ਾਂਤੀਆਂ, ਚੜ੍ਹਦੀਆਂ ਕਲਾ ਬਖਸ਼ਣ, ਰਹਿਮਤ ਕਰਨ, ਆਪਣੀ ਮਿਹਰ ਦੀ ਦ੍ਰਿਸ਼ਟੀ ਕਰਨ, ਮਨ ਦੀਆਂ ਸ਼ੁਭ ਮਨੋਭਾਵਨਾਵਾਂ ਸੰਪੂਰਨ ਕਰਨ। ਸੋ ਆਓ, ਸਤਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ। ਅੰਮ੍ਰਿਤ ਵੇਲੇ ਸਾਨੂੰ ਗੁਰੂ ਦੇ ਚਰਨਾਂ ਵਿੱਚ ਜੁੜਨ ਦਾ ਵਡਮੁੱਲਾ ਵਡਭਾਗੀ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਅੱਜ ਸਾਨੂੰ ਉਪਦੇਸ਼ ਬਖਸ਼ਦੇ ਆ। ਹੁਕਮਨਾਮਾ ਸਾਹਿਬ ਅੰਦਰ ਸਤਿਗੁਰੂ ਪੰਚਮ ਪਾਤਸ਼ਾਹ ਦੀ ਬਾਣੀ ਹੈ। ਸਤਿਗੁਰੂ ਪੰਚਮ ਪਾਤਸ਼ਾਹ ਜੀ ਟੋਡੀ ਰਾਗ ਵਿੱਚ ਬਾਣੀ ਉਚਾਰਨ ਕਰ ਰਹੇ ਹਨ। ਟੋਡੀ ਮਹੱਲਾ ਪੰਜਵਾ। ਰਾਗ ਟੋਡੀ ਹੈ। ਬਾਣੀ ਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰ ਰਹੇ ਹਨ। ਰਸਨਾ ਗੁਣ ਗੋਪਾਲ ਨਿਦ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਪਲਾਇਣ। ਸਤਿਗੁਰੂ ਜੀ ਕਹਿੰਦੇ ਰਸਨਾ, ਰਸਨਾ ਕਹਿੰਦੇ ਜੀਵ ਨੂੰ। ਰਸਨਾ ਗੁਣ ਗੋਪਾਲ ਨਿਧ ਗਾਇਨ, ਗੁਣ ਉਹਦੀ ਵਡਿਆਈ, ਪਰਮਾਤਮਾ ਦੀ ਉਪਮਾ ਵਡਿਆਈ, ਉਹਦੇ ਗੁਣ ਗਾਉਣੇ, ਉਹਦੇ ਗੀਤ ਗਾਉਣੇ। ਰਸਨਾ ਗੁਣ ਗੋਪਾਲ, ਗੋਪਾਲ ਦੇ ਅਸੀਂ ਅਰਥ ਪਹਿਲਾਂ ਵੀ ਕੀਤੇ ਆ। ਗੋ ਦਾ ਅਰਥ ਹੈ ਧਰਤੀ ਤੇ ਪਾਲ ਦਾ ਅਰਥ ਹੈ ਉਹਦੀ ਪਾਲਣਾ ਕਰਨ ਵਾਲਾ। ਗੋ ਵੈਸੇ ਇੰਦਰੀਆਂ ਨੂੰ ਵੀ ਕਹਿੰਦੇ ਆ, ਇੰਦਰੀਆਂ ਦੀ ਰਾਖੀ ਕਰਨ ਵਾਲਾ। ਗੋਪਾਲ ਧਰਤੀ ਦੀ ਪਾਲਣਾ ਕਰਨ ਵਾਲਾ, ਧਰਤੀ ਨੂੰ ਚੱਕਣ ਵਾਲਾ, ਘਮਾਉਣ ਵਾਲਾ, ਧਰਤੀ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣ ਵਾਲਾ। ਗੋਪਾਲ ਸਾਰੇ ਸੰਸਾਰ 'ਤੇ ਕਿਰਪਾ ਕਰਨ ਵਾਲਾ ਗੋਪਾਲ। ਨਿੱਧ ਕਹਿੰਦੇ ਖਜ਼ਾਨੇ ਨੂੰ। ਸਤਿਗੁਰੂ ਜੀ ਕਹਿੰਦੇ ਰਸਨਾ ਗੁਣ ਗੋਪਾਲ ਨਿੱਧ ਗਾਇਣ। ਹੇ ਰਸਨਾ, ਹੈ ਮੇਰੀ ਜੀਵ, ਗੁਣ ਗਾ ਕਿਹਦੇ? ਜਿਹੜਾ ਪੂਰਾ ਪਰਮੇਸ਼ਰ ਹੈ, ਪਰਮਾਤਮਾ ਗੋਪਾਲ ਹੈ, ਜਿਹੜਾ ਸਾਰੀ ਧਰਤੀ ਦੇ ਉੱਤੇ ਕਿਰਪਾ ਕਰ ਰਿਹਾ ਹੈ, ਉਹਦੇ ਗੁਣ ਗਾ। ਐਵੇਂ ਕੱਚੇ ਪਿੱਲਿਆਂ ਦੀ ਵਡਿਆਈ ਵਿੱਚ ਲੱਗਿਆ ਹੋਇਆ, ਕਦੇ ਉਹਨੂੰ ਵਡਿਆਉਣ ਲੱਗ ਪੈਣਾ, ਕਦੇ ਉਹਨੂੰ। ਸਤਿਗੁਰੂ ਜੀ ਕਹਿੰਦੇ ਉਹਦੀ ਵਡਿਆਈ ਕਰ ਜਿਹਦੀ ਵਡਿਆਈ ਕੀਤੇ ਤੋਂ ਬਾਅਦ ਹੋਰ ਕਿਸੇ ਦੀ ਵਡਿਆਈ ਕਰਨ ਦੀ ਲੋੜ ਹੀ ਨਹੀਂ ਪੈਣੀ। ਰਸਨਾ ਗੁਣ ਗੋਪਾਲ ਨਿਧ ਗਾਇਣ। ਰਸਨਾ ਗੁਣ ਗਾਉਣੇ ਆ ਤੇ ਪਰਮਾਤਮਾ ਦੇ ਗਾ, ਗੋਪਾਲ ਦੇ ਗਾ, ਪਰਮੇਸ਼ਰ ਦੇ ਗਾ, ਉਹ ਗੁਣਾਂ ਦੇ ਖਜ਼ਾਨੇ ਦੇ ਗਾ। ਜਿਹਦੇ ਗੁਣ ਗਾਇਆ ਜੀਭਾ ਵੀ ਧਨ ਹੋ ਜਾਂਦੀ ਹੈ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀ, ਉਹ ਰਸਨਾ ਧਨ ਹੈ ਜਿਹੜੀ ਪਰਮਾਤਮਾ ਦੇ ਗੁਣ ਗਾਉਂਦੀ ਹੈ। ਜਿਹੜੀ ਰਸਨਾ ਪਰਮਾਤਮਾ ਦੇ ਗੁਣ ਗਾ ਲਵੇ ਉਹ ਧਨ ਹੋ ਜਾਂਦੀ। ਜਿਹੜੇ ਕੰਨ ਗੁਰੂ ਦੀ ਬਾਣੀ ਸੁਣ ਲੈਣ ਉਹ ਕੰਨ ਧਨ ਹੋ ਜਾਂਦੇ ਆ। ਜਿਹੜੀਆਂ ਅੱਖਾਂ ਗੁਰੂ ਦੇ ਦਰਸ਼ਨ ਕਰ ਲੈਣ ਉਹ ਨੇਤਰ ਧਨ ਹੋ ਜਾਂਦੇ ਆ। ਤੇ ਉਹਦੇ ਗੁਣ ਗਾ, ਜਿਹਦੇ ਗੁਣ ਗਾਇਆ ਇਹ ਰਸਨਾ ਵੀ ਧਨ ਹੋ ਜਾਂਦੀ ਹੈ। ਉਹਦੇ ਗੁਣ ਸੁਣ, ਜਿਹਦੇ ਗੁਣ ਸੁਣ ਕੇ ਕੰਨ ਵੀ ਧਨ ਹੋ ਜਾਂਦੇ ਆ।
ਅੱਖਾਂ ਧੰਨ ਹੋ ਜਾਂਦੀਆਂ, ਪੈਰ ਚਰਨ ਬਣ ਜਾਂਦੇ, ਜਿਹੜੇ ਜਿਹੜੇ ਪੈਰ ਗੁਰੂ ਵੱਲ ਨੂੰ ਤੁਰ ਪੈਣ, ਹੱਥ ਕਮਲ ਬਣ ਜਾਂਦੇ ਆ, ਜਿਹੜੇ ਹੱਥ ਸੇਵਾ ਵਿੱਚ ਲੱਗ ਜਾਣ। ਸਤਿਗੁਰੂ ਜੀ ਕਹਿੰਦੇ ਉਹਦੇ ਗੁਣ ਗਾ, ਜਿਹਦੇ ਗੁਣ ਗਾ ਕੇ ਸਮਾਂ ਸਫਲਾ ਹੁੰਦਾ ਹੈ। ਇਹ ਸਰੀਰ ਵੀ ਧੰਨ ਹੋ ਜਾਂਦਾ ਹੈ, ਕੁੱਲ ਧੰਨ ਹੋ ਜਾਂਦੀ ਹੈ, ਮਾਂ ਪਿਓ ਧੰਨ, ਪਰਿਵਾਰ ਧੰਨ ਹੋ ਜਾਂਦਾ ਜਿਹਦੇ ਗੁਣ ਗਾ। ਉਹਦੇ ਗੁਣ ਗਾ ਰਸਨਾ, ਰਸਨਾ ਗੁਣ ਗੋਪਾਲ ਨਿਤ ਗਾਇਣ। ਉਹ ਗੁਣਾਂ ਦੇ ਖਜ਼ਾਨੇ ਦੇ ਗੁਣ ਗਾ। ਕੀ ਹੋਣਾ ਗੁਣ ਗਾ ਕੇ? ਇੰਨੀ ਕਿਰਪਾ ਹੋਣੀ, ਇੰਨੀ ਰਹਿਮਤ ਹੋਣੀ ਆ। ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਪਲਾਇਣ ਰਾਵ। ਸਤਿਗੁਰੂ ਜੀ ਕਹਿੰਦੇ ਸ਼ਾਂਤ ਸਹਿਜ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਣੀ ਹੈ। ਬੰਦਾ ਮਨ ਦੀ ਸ਼ਾਂਤੀ ਵਾਸਤੇ ਕਰੋੜਾਂ ਰੁਪਇਆ ਖਰਚ ਕਰ ਦਿੰਦਾ, ਪਰ ਮਨ ਦੀ ਸ਼ਾਂਤੀ ਨਹੀਂ ਮਿਲਦੀ। ਬੜਾ ਭੱਜਦਾ ਮਨ ਦੀ ਸ਼ਾਂਤੀ ਵਾਸਤੇ, ਪਰ ਮਨ ਦੀ ਸ਼ਾਂਤੀ ਨਹੀਂ ਮਿਲਦੀ। ਬਾਲੀ ਰੋਵੈ ਨਾਹੀ ਪਿਤਾਰ, ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਹੀ ਸਤਿਗੁਰੂ ਨੇ ਕਹਿ ਦਿੱਤਾ ਦੁਖੀ ਹੈ, ਬੜਾ ਚਿੰਤਾ ਵਿੱਚ ਹੈ, ਬਿਪਤਾ ਵਿੱਚ ਹੈ ਸਾਰਾ ਸੰਸਾਰ, ਕਿਉਂਕਿ ਮਨ ਦੀ ਸ਼ਾਂਤੀ ਕਿਤੋਂ ਹੋਰ ਮਿਲਦੀ ਨਹੀਂ। ਜਿੱਥੇ ਸੰਸਾਰ ਮਨ ਦੀ ਸ਼ਾਂਤੀ ਲੱਭਦਾ ਫਿਰਦਾ, ਉੱਥੋਂ ਨਹੀਂ ਮਿਲਣੀ। ਸੰਸਾਰ ਦਾ ਕੀ ਸੁਭਾਅ ਹੈ? ਦੁਨੀਆ ਦੇ ਸੁੱਖਾਂ ਵਿੱਚੋਂ ਮਨ ਦੀ ਸ਼ਾਂਤੀ ਲੱਭਦਾ ਹੈ। ਹੁਣ ਕਿਸੇ ਨੂੰ ਬੁਖਾਰ ਚੜ੍ਹਿਆ ਹੋਵੇ, ਉਹਨੂੰ ਕਹੇ ਵੀ ਰਸਗੁੱਲੇ ਖਾ ਲਾ, ਨਹੀਂ ਖਾ ਸਕਦਾ, ਕਿਉਂਕਿ ਉਹਨੂੰ ਚੰਗੇ ਹੀ ਨਹੀਂ ਲੱਗਦੇ। ਜੇ ਕੋਈ ਬਿਮਾਰ ਹੈ ਤਾਂ ਉਹਨੂੰ ਕਵੇ ਕੋਈ 36 ਪ੍ਰਕਾਰ ਦਾ ਭੋਜਨ ਖਾ ਲੈ, ਆਨੰਦ ਆ ਜਾਣਾ, ਉਹਨੂੰ ਚੰਗਾ ਹੀ ਨਹੀਂ ਲੱਗਦਾ, ਕਿਉਂਕਿ ਉਹਨੂੰ ਦਵਾਈ ਦੀ ਲੋੜ ਹੈ। ਇਸੇ ਤਰ੍ਹਾਂ ਮਨ ਦਾ ਸੁਭਾਅ ਹੈ। ਮਨ ਸਾਡਾ ਬੜਾ ਦੁਖੀ ਹੈ, ਗੁਰੂ ਨਾਲ ਟੁੱਟ ਕੇ, ਆਤਮਾ ਪਰਮਾਤਮਾ ਨਾਲੋਂ ਵਿਛੜ ਕੇ ਬੜੀ ਦੁਖੀ ਹੈ, ਬੜੀ ਵਿਪਤਾ ਵਿੱਚ ਹੈ, ਬੜੀ ਤੜਫ ਰਹੀ ਹੈ। ਅਤੇ ਇਹਨੂੰ ਅਸੀਂ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਲਾ ਕੇ ਸੁਖੀ ਕਰਨਾ ਚਾਹੁੰਦੇ ਹਾਂ। ਤਰ੍ਹਾਂ ਤਰ੍ਹਾਂ ਦੇ ਕੱਪੜਾ ਪਹਿਨ ਕੇ, ਚੰਗੇ ਵਸਤਰ ਪਹਿਨ ਕੇ ਅਸੀਂ ਕਹਿੰਦੇ ਵੀ ਸੁਖੀ ਹੋ ਜਾਈਏ। ਨਹੀਂ, ਚੰਗੇ ਵਸਤਰ ਪਹਿਨਣੇ ਆ, ਪਰ ਇਹਨਾਂ ਨਾਲ ਸੁਖੀ ਨਹੀਂ ਹੋ ਸਕਦੇ। ਆਨੰਦ ਲੈਣੇ ਆ, ਪਰ ਆਨੰਦ ਅਸਲ ਗੁਰੂ ਦੇ ਨਾਮ ਵਿੱਚ ਆਉਂਦਾ ਹੈ। ਦੁਨੀਆ ਦੇ ਮਾਇਆ ਵਿੱਚੋਂ ਸੁੱਖ ਪ੍ਰਾਪਤ ਨਹੀਂ ਹੋ ਸਕਦੇ, ਸੁੱਖ ਕਿਤੋਂ ਹੋਰ ਮਿਲਦਾ ਹੈ। ਇਹ ਤਾਂ ਇੱਕ ਜ਼ਿੰਦਗੀ ਜਿਉਣ ਵਾਸਤੇ ਮਾਇਆ ਸਾਥ ਦਿੰਦੀ ਹੈ ਜ਼ਰੂਰ, ਪੈਸਾ ਧਨ, ਪਰ ਜੇ ਕਹੀਏ ਅਸੀਂ ਸੁਖੀ ਇਹਦੇ ਵਿੱਚ ਹੋ ਜਾਵਾਂਗੇ, ਇਹਦੇ ਵਿੱਚੋਂ ਸੁਖੀ ਨਹੀਂ ਹੋ ਸਕਦੇ, ਕਿਉਂਕਿ ਸੁਖੀ ਤਾਂ ਪਰਮਾਤਮਾ ਦਾ ਨਾਮ ਕਰਦਾ ਹੈ। ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਪਲਾਇਣ। ਚੰਗੇ ਕਰਮ ਕਰੀਏ, ਹਮੇਸ਼ਾ ਸੁਖੀ ਰਵਾਂਗੇ। ਸੇਵਾ ਸਿਮਰਨ ਪੁੰਨ ਦਾਨ ਸਭ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਸ਼ਬਦ ਪਕਾ ਲਈਏ, ਸੁਖੀ ਰਵਾਂਗੇ, ਸਦਾ ਆਨੰਦ ਵਿੱਚ ਰਵਾਂਗੇ। ਤੇ ਯਾਦ ਰੱਖਿਓ, ਜੇ ਕਿਸੇ ਮਾੜਾ ਸੋਚਦੇ ਰਹੇ, ਕਦੇ ਉਹਦਾ ਮਾੜਾ, ਕਦੇ ਉਹਦਾ ਮਾੜਾ ਕਰ ਲਿਆ, ਕਦੇ ਉਹਦਾ ਮਾੜਾ ਚਿਤਵ ਲਿਆ, ਤੇ ਫਿਰ ਅਸੀਂ ਆਪ ਕਦੇ ਸੁਖੀ ਨਹੀਂ ਹੋ ਸਕਦੇ। ਆਪ ਕਦੇ ਨਹੀਂ ਸੁਖੀ ਹੋ ਸਕਦੇ ਜਦੋਂ ਕਿਸੇ ਦਾ ਮਾੜਾ ਕਰਨ ਤੁਰ ਪਏ। ਹੁਣ ਦੀਵਾਲੀ ਦੇ ਦਿਨ ਚੱਲ ਰਹੇ ਆ ਨਾ, ਲੋਕਾਂ ਨੂੰ ਬੜਾ ਵਹਿਮ ਪੈ ਜਾਂਦਾ ਵੀ ਉਹਦੇ 'ਤੇ ਕੁਝ ਕਰ ਦਿਓ ਜੀ, ਅਸੀਂ ਸੁਖੀ ਹੋ ਜਾਵਾਂਗੇ। ਬੜੇ ਭੁਲੇਖੇ ਪੈ ਜਾਂਦੇ ਆ। ਸਤਿਗੁਰੂ ਜੀ ਕਹਿੰਦੇ ਕੀਤਾ ਕਰਾਇਆ ਕਿਸੇ ਦਾ ਕੁਝ ਨਹੀਂ ਹੋ ਸਕਦਾ। ਦੱਦਾ ਦੋਸ਼ ਨਾ ਦਿਉ ਕਿਸੇ, ਦੋਸ਼ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਅੱਜ ਤੂੰ ਦੁਖੀ ਹੈ ਤੇ ਕਿਸੇ ਤੇ ਕੁਝ ਕਰਕੇ ਸੁਖੀ ਨਹੀਂ ਹੋ ਸਕਦਾ, ਕਿਉਂਕਿ ਇਹ ਕਰਮਾਂ ਦੇ ਦੁੱਖ ਹੈ। ਕਰਮਾਂ ਦਾ ਲੇਖਾ ਦਿੱਤੇ ਬਿਨਾ ਖਹਿੜਾ ਛੁੱਟਣਾ ਨਹੀਂ। ਗੁਰੂ ਦਾ ਸਿਮਰਨ ਕਰੇਗਾ, ਗੁਰੂ ਨੇ ਕਿਰਪਾ ਦੇ ਘਰ ਵਿੱਚ ਆ ਕੇ ਤੇਰਾ ਖਹਿੜਾ ਛਡਾ ਦੇਣਾ ਹੈ। ਨਹੀਂ ਤੇ ਜੇ ਤੂੰ ਪੁੱਠੇ ਪਾਸੇ ਤੁਰ ਪਿਆ ਵੀ ਉਹਦੇ 'ਤੇ ਕੁਝ ਕਰ ਲਾਂ, ਉਹਦੇ 'ਤੇ ਕੁਝ ਕਰ ਲਾਂ, ਜਾਂ ਮੇਰੇ 'ਤੇ ਨਾ ਕੁਝ ਹੋ ਜਾਵੇ, ਇਹ ਵੀ ਬੜਾ ਭੁਲੇਖਾ ਪੈ ਜਾਂਦਾ ਦੁਨੀਆ ਨੂੰ ਵੀ ਮੇਰੇ 'ਤੇ ਕੁਝ ਹੋ ਨਾ ਜਾਵੇ ਜੀ। ਸਿੱਧਾ ਜਿਹੜਾ ਕਹਿ ਦਈਏ ਆਪਾਂ, ਟੂਣਾ ਜਿਹੜੇ ਕਰਦੇ ਆ ਲੋਕ, ਤਰ੍ਹਾਂ ਤਰ੍ਹਾਂ ਦੇ ਢੰਗ ਕਰਦੇ ਆ, ਕੁਝ ਨਹੀਂ ਹੁੰਦਾ। ਸਤਿਗੁਰੂ ਜੀ ਕਹਿੰਦੇ ਕੀਤਾ ਕਰਾਇਆ ਕਿਸੇ ਦਾ ਕੁਝ ਨਹੀਂ ਹੋ ਸਕਦਾ। ਜੇ ਕਰਨਾ ਹੀ ਹੁੰਦਾ ਤੇ ਅੱਜ ਅੰਬਾਣੀ ਵਰਗਿਆਂ ਨੂੰ ਕੋਈ ਚੜ੍ਹ ਨਹੀਂ ਸੀ ਦਿੰਦਾ, ਜਿਉਣ ਨਹੀਂ ਸੀ ਦੇਣਾ ਕਿਸੇ ਨੇ ਇੱਕ ਦੂਜੇ ਨੂੰ, ਜੇ ਕੀਤਾ ਕਰਾਏ ਕਿਸੇ ਦਾ ਹੁੰਦਾ ਤਾਂ। ਕਿਉਂਕਿ ਸਤਿਗੁਰੂ ਜੀ ਕਹਿੰਦੇ ਇਹ ਹੁਕਮ ਵਿੱਚ ਹੈ। ਪਰਮਾਤਮਾ ਦੇ ਸਭ ਕੁਝ ਦੁੱਖ ਆਏ ਆ, ਉਹ ਵੀ ਹੁਕਮ ਵਿੱਚ, ਸੁੱਖ ਹਨ ਉਹ ਵੀ ਹੁਕਮ ਵਿੱਚ। ਤੇ ਚੰਗੇ ਕਰਮ ਕਰ ਹੱਥਾਂ ਨਾਲ। ਆਪਾਂ ਵਿਚਾਰ ਕਰਦੇ ਸੀ, ਮਾੜਾ ਨਾ ਕਰੀ, ਕਿਸੇ ਦਾ ਮਾੜਾ ਨਾ ਸੋਚੀ, ਤੇ ਤੇਰੇ ਨਾਲ ਕਦੇ ਮਾੜਾ ਗੁਰੂ ਨੇ ਨਹੀਂ ਹੋਣ ਦੇਣਾ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਜੇ ਪਰਾਏ ਦਾ ਬੁਰਾ ਤੂੰ ਆਪਣੇ ਚਿੱਤ ਵਿੱਚ ਨਾ ਕਰੇਂਗਾ ਤੇ ਤੈਨੂੰ ਸਤਿਗੁਰੂ ਜੀ ਕਹਿੰਦੇ ਦੁੱਖ ਕਦੇ ਨਹੀਂ ਆਉਣਾ। ਜੋ ਦਿਨ ਚੱਲ ਰਹੇ ਆਪਾਂ ਉਹਦੇ 'ਤੇ ਵਿਚਾਰ ਕਰ ਰਹੇ ਹਾਂ। ਲੋਕ ਬੜਾ ਕੁਝ ਕਰਦੇ ਜੀ,
ਆਹ ਕੁਝ ਕਰ ਲਓ, ਆਹ ਕੁਝ ਕਰ ਲਓ। ਤੇ ਸਤਿਗੁਰੂ ਜੀ ਕਹਿੰਦੇ ਆਹ ਕਰ ਜੇ ਕਰਨਾ ਤਾਂ। ਸਭ ਨੂੰ ਚੰਗਾ ਕਰਮ ਰਸਨਾ ਨਾਲ ਗੁਣ ਗਾ ਪਰਮਾਤਮਾ ਦੇ, ਉਹਦਾ ਜਸ ਗਾ। ਸਭ ਨੂੰ ਚੰਗਾ ਕਰਮ ਹੈ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਸਭ ਨੂੰ ਚੰਗਾ ਧਰਮ, ਸਭ ਨੂੰ ਚੰਗਾ ਕੰਮ ਕਿਹੜਾ? ਪਰਮਾਤਮਾ ਦਾ ਨਾਮ ਜਪਣਾ। ਨਾਮ ਜਪ ਪਰਮਾਤਮਾ ਦਾ, ਸੁਖੀ ਹੋ ਜਾਵੇਂਗਾ, ਸ਼ਾਂਤੀ ਵਿੱਚ ਆ ਜਾਵੇਂਗਾ, ਆਨੰਦ ਬਣ ਜਾਣਾ, ਘਰ ਵੀ ਸੁਖੀ, ਪਰਿਵਾਰ ਵੀ ਸੁਖੀ, ਸਾਰੇ ਪਾਸੇ ਸੁਖੀ ਸੁੱਖ ਲੱਗਣੇ ਆ, ਸ਼ਾਂਤੀ ਆ ਜਾਣੀ ਮਨ ਵਿੱਚ। ਸਤਿਗੁਰੂ ਜੀ ਕਹਿੰਦੇ ਰਸਨਾ ਨੂੰ ਗੁਣ ਗਾਉਣ ਵਾਲੇ ਪਾਸੇ ਲਾ, ਪਰ ਇੱਧਰਲੇ ਪਾਸੇ ਤਾਂ ਆਉਣਾ ਹੀ ਨਹੀਂ, ਇੱਧਰਲੇ ਪਾਸੇ ਤਾਂ ਤੁਰਨ ਨੂੰ ਤਿਆਰ ਨਹੀਂ। ਜੇ ਕਿਸੇ ਦਾ ਇਹ ਸੋਚਦਾ ਵੀ ਮੇਰਾ 5 ਮਿੰਟਾਂ ਨਾਲ ਹੀ ਕੰਮ ਬਣ ਜਾਏ, ਸਤਿਗੁਰੂ ਜੀ ਕਹਿੰਦੇ ਨਹੀਂ, ਜਿੱਡਾ ਵੱਡਾ ਸੁੱਖ ਲੈਣਾ, ਜਿੱਡਾ ਵੱਡਾ ਜਿੱਡੀ ਤੇਰੀ ਦਾਤ ਹੈ, ਉਹਨਾਂ ਸਿਮਰਨ ਕਰ, ਉਨੀ ਮਿਹਨਤ ਕਰ, ਫਿਰ ਕਿਰਪਾ ਹੋ ਜਾਣੀ ਹੈ। ਬੰਦਾ ਕਹਿੰਦਾ ਨਹੀਂ ਜੀ ਤੁਰਿਆ ਜਾਵਾਂ ਤੇ ਬਸ ਸੁੱਖ ਲੈ ਕੇ ਵਾਪਸ ਮੁੜ ਆਵਾਂ। ਦਰਖਤਾਂ ਨੂੰ ਨਹੀਂ ਲੱਗਦੇ ਸੁੱਖ, ਦੁਕਾਨਾਂ ਤੋਂ ਨਹੀਂ ਮਿਲਦੇ, ਚੰਗੇ ਕਰਮ ਕਰਨੇ ਪੈਂਦੇ ਆ, ਸਦਾ ਹੀ ਗੁਰੂ ਦੇ ਨਾਮ ਵਿੱਚ ਜੁੜਨਾ ਪੈਂਦਾ ਹੈ। ਫਿਰ ਸਤਿਗੁਰੂ ਜੀ ਆਪੇ ਕਿਰਪਾ ਕਰਕੇ ਅੱਜ ਕਹਿ ਰਹੇ ਆ ਨਾ, ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਦੁੱਖ ਪਲਾਇਣ ਦਾ ਅਰਥ ਹੈ ਸਾਰੇ ਦੁੱਖ ਭੱਜ ਜਾਂਦੇ ਆ, ਪਲਾਇਣ ਦਾ ਅਰਥ ਹੈ ਦੌੜ ਜਾਣੇ। ਸਾਰੇ ਦੁੱਖ ਦੂਰ ਭੱਜ ਜਾਂਦੇ ਆ ਦੂਰ, ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਦੇ। ਕਿਉਂਕਿ ਜਿੱਥੇ ਪਰਮਾਤਮਾ ਦਾ ਨਾਮ ਆ ਜਾਂਦਾ ਹੈ ਉੱਥੇ ਕੋਈ ਦੁੱਖ ਰਹਿ ਨਹੀਂ ਸਕਦਾ। ਫਿਰ ਅਸੀਂ ਕਹਿੰਦੇ ਜੀ ਨਾਮ ਤਾਂ ਅਸੀਂ ਵੀ ਜਪਦੇ ਹਾਂ, ਅਸੀਂ ਜਪਦੇ ਨਹੀਂ ਅਜੇ ਪਰਮਾਤਮਾ ਦਾ ਨਾਮ। ਪਹਿਲਾਂ ਸੁੱਖ ਮੂਹਰੇ ਰੱਖ ਲੈਂਦੇ ਹਾਂ, ਉਸ ਭਾਵਨਾ ਨਾਲ ਨਹੀਂ ਜਪਦੇ ਜਿਹੜੀ ਨੇ ਜਪਣਾ ਚਾਹੀਦਾ, ਉਸ ਪਿਆਰ ਨਾਲ ਨਹੀਂ ਜਪਦੇ। ਕਈਆਂ ਦੇ ਮਨ ਵਿੱਚ ਖਿਆਲ ਆਉਂਦਾ ਜੀ ਅਸੀਂ ਤਾਂ ਨਾਮ ਜਪਦੇ ਹਾਂ, ਫਿਰ ਸਾਨੂੰ ਦੁੱਖ ਕਿਉਂ ਆਉਂਦੇ ਆ? ਉਸ ਭਾਵਨਾ ਨਾਲ ਨਹੀਂ ਜਪਦੇ। ਜਦੋਂ ਉਸ ਭਾਵਨਾ ਨਾਲ ਜਪਣ ਲੱਗ ਕੇ ਫਿਰ ਮਨ ਵਿੱਚ ਕੋਈ ਦੁੱਖ ਰਹਿਣਾ ਹੀ ਨਹੀਂ, ਸਦਾ ਹੀ ਮਨ ਸੁਖੀ ਰਹੂਗਾ, ਸ਼ਾਂਤ ਸਹਿਜ, ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਿਕ ਅਡੋਲਤਾ ਪੈਦਾ ਹੋ ਜਾਂਦੀ ਹੈ, ਸੁੱਖ ਪੈਦਾ ਹੋ ਜਾਂਦਾ ਹੈ, ਸਾਰੇ ਦੁੱਖ ਦੂਰ ਹੋ ਜਾਂਦੇ ਆ ਪਰਮਾਤਮਾ ਦਾ ਨਾਮ ਜਪ ਕੇ। ਰਹਾਉ ਜੋ ਮੰਗੈ ਸੋਈ ਸੋਈ ਪਾਵਹਿ, ਸੇਵ ਹਰਿ ਕੇ ਚਰਨ ਰਸਾਇਣ। ਸਤਿਗੁਰੂ ਜੀ ਕਹਿੰਦੇ ਜੋ ਮੰਗੇਗਾ ਉਹੀ ਮਿਲੂਗਾ ਪਰਮਾਤਮਾ ਦੇ ਚਰਨਾਂ ਤੋਂ, ਕਿਉਂਕਿ ਦੇਣ ਵਾਲਾ ਤਾਂ ਉਹੀ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦੇਣ ਵਾਲਾ ਉਹੀ ਹੈ, ਕਿਰਪਾ ਕਰਨ ਵਾਲਾ ਉਹ ਮਾਲਕ ਹੀ ਹੈ। ਜੋ ਮੰਗੈ, ਜੋ ਵੀ ਮੰਗੇਗਾ, ਨਾਮ ਜਪ ਪਹਿਲਾਂ ਪਰਮਾਤਮਾ ਦਾ, ਸਿਮਰਨ ਕਰ, ਉਹਦੀ ਯਾਦ ਵਿੱਚ, ਉਹਦੇ ਚਰਨਾਂ ਵਿੱਚ ਜੁੜ, ਉਹਦੇ ਮੂਹਰੇ ਅਰਦਾਸ ਬੇਨਤੀ ਕਰ। ਪਰ ਬੰਦੇ ਨੂੰ ਕੀ ਹੈ ਵੀ ਬੰਦੇ ਨੂੰ ਸਵਾਹ ਦੀ ਚੁੰਡੀ ਤੇ ਤਾਂ ਭਰੋਸਾ ਹੈ, ਪਰ ਐਡੇ ਮਾਲਕ ਤੇ ਭਰੋਸਾ ਨਹੀਂ ਹੈ, ਵਾਹਿਗੁਰੂ ਤੇ ਭਰੋਸਾ ਨਹੀਂ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ, ਜਿਹੜਾ ਗੋਪਾਲ ਹੈ, ਸਾਰੀ ਧਰਤੀ ਦਾ ਪਾਲਣਾ ਕਰਨ ਵਾਲਾ ਹੈ, ਜਿਹੜਾ ਹੁਣ ਵੀ ਸਾਡੇ ਸਿਰ ਤੇ ਕਿਰਪਾ ਕਰ ਰਿਹਾ ਹੈ, ਸਾਡੇ ਸਵਾਸ ਚੱਲ ਰਹੇ ਆ, ਦੇਖ ਰਹੇ ਆ, ਚੱਲ ਫਿਰ ਰਹੇ ਆ, ਪਰਿਵਾਰਾਂ ਵਿੱਚ ਰਹਿ ਰਹੇ ਆ, ਜਿਹੜਾ ਹੁਣ ਵੀ ਤੇਰੇ ਤੇ ਕਿਰਪਾ ਕਰ ਰਿਹਾ, ਉਹਦੇ ਤੇ ਭਰੋਸਾ ਨਹੀਂ ਹੈ। ਜੇ ਕੋਈ ਨੂੰ ਸਵਾਹ ਦੀ ਚੁੰਡੀ ਦਿੰਦਾ ਉਹਦੇ ਤੇ ਬੜਾ ਭਰੋਸਾ ਹੈ ਵੀ ਬਾਬਾ ਤਾਂ ਇਹੀ ਹੈ ਜੀ, ਰੱਬ ਤਾਂ ਇਹੀ ਹੈ। ਸਤਿਗੁਰੂ ਜੀ ਕਹਿੰਦੇ ਰੱਬ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਤੇਰੇ ਅੰਦਰ ਹੀ ਬੈਠਾ ਹੈ, ਉਹਨੂੰ ਧਿਆ ਲੈ, ਉਹਨੂੰ ਮਨਾ ਲੈ, ਜੋ ਮੰਗੇਗਾ ਉਹੀ ਪ੍ਰਾਪਤ ਹੋ ਜਾਣਾ। ਜੋ ਮੰਗੈ ਸੋਈ ਸੋਈ ਪਾਵੈ, ਜੋ ਮੰਗੇਗਾ ਉਹੀ ਮਿਲ ਜਾਣਾ। ਸੇਵ ਹਰਿ ਕੇ ਚਰਨ ਰਸਾਇਣ। ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿ ਰਹੇ ਆ ਉਹਦੀ ਸੇਵਾ ਕਰ, ਉਹਦੇ ਸਿਮਰਨ ਵਿੱਚ ਜੁੜ, ਉਹਦੇ ਚਰਨਾਂ ਦੇ ਵਿੱਚ ਜੁੜ, ਜਿਹੜਾ ਮਾਲਕ ਸਾਰਿਆਂ ਦਾ ਪਾਲਣਹਾਰਾ ਹੈ, ਸਾਰੇ ਰਸਾਂ ਦਾ ਘਰ ਹੈ, ਮਹਾ ਆਨੰਦ ਜਿੱਥੋਂ ਪ੍ਰਾਪਤ ਹੁੰਦਾ ਹੈ। ਜੋ ਮੰਗੈ ਸੋਈ ਸੋਈ ਪਾਵੈ, ਸਿਵ ਹਰਿ ਕੇ ਚਰਨ ਰਸਾਇਣ। ਪਰਮਾਤਮਾ ਪਰਮੇਸ਼ਰ ਪ੍ਰਭੂ ਸਾਰੇ ਰਸਾਂ ਦਾ ਘਰ ਹੈ, ਜੋ ਵੀ ਰਸ ਚਾਹਵੇਂਗਾ ਮੰਗੇਗਾ ਉਹ ਮਿਲ ਜਾਣਾ। ਉਹਦੇ ਚਰਨ ਆਪਣੇ ਅੰਦਰ ਵਸਾ ਲੈ, ਉਹਦਾ ਨਾਮ ਜਪ, ਉਹਦੇ ਚਰਨ ਅੰਦਰ ਵਸ ਜਾਂਦੇ ਆ, ਉਹਦਾ ਸਿਮਰਨ ਕਰ ਤੇ ਜੋ ਮੰਗੇਗਾ ਉਹੀ ਪ੍ਰਾਪਤ ਹੋ ਜਾਣਾ ਹੈ। ਅੱਗੇ ਉਚਾਰਨ ਕਰਦੇ ਹਨ, ਜਨਮ ਮਰਨ ਦੋਹੂ ਤੇ ਛੂਟਾ ਹੈ, ਭਵਜਲ ਜਗਤ ਤਰਾਇਣ। ਜਨਮ ਤੇ ਮਰਨ ਦੋਨਾਂ ਤੋਂ ਖਹਿੜਾ ਛੁੱਟ ਜਾਣਾ। ਜਨਮ ਮਰਨ ਦੋਹੂ ਤੇ ਛੂਟਾ ਹੈ, ਭਵਜਲ ਜਗਤ ਤਰਾਇਣ। ਭਵਜਲ ਕਹਿੰਦੇ ਸੰਸਾਰ ਸਮੁੰਦਰ ਨੂੰ। ਆਪਾਂ ਅੱਗੇ ਵਿਚਾਰ ਕਰਦੇ ਹੁੰਦੇ ਹਾਂ, ਸਤਿਗੁਰੂ ਜੀ ਕਹਿੰਦੇ ਇਸੇ ਵਿੱਚ ਹੀ ਗੋਤੇ ਖਾਈ ਜਾਂਦਾ ਬੰਦਾ, ਕਦੇ ਆ ਜਾਂਦਾ, ਕਦੇ ਚਲਿਆ ਜਾਂਦਾ, ਕਦੇ ਕਿਸੇ ਸਰੀਰ ਵਿੱਚ, ਕਦੇ ਕਿਸੇ ਸਰੀਰ ਵਿੱਚ। ਜਨਮ ਹੋ ਜਾਂਦਾ ਫਿਰ ਚਲਿਆ ਜਾਂਦਾ, ਮਰਨ ਹੋ ਜਾਂਦਾ, ਜਨਮ ਹੋ ਜਾਂਦਾ ਫਿਰ ਮਰਨ ਹੋ ਜਾਂਦਾ। ਇਸੇ ਵਿੱਚ ਹੀ 84 ਲੱਖ ਜੂਨ ਬਣੀ ਹੋਈ ਹੈ।
ਤੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜਦੋਂ ਅਸੀਂ ਉਹਦੇ ਚਰਨਾਂ ਵਿੱਚ ਜੁੜਾਂਗੇ, ਉਹਦਾ ਨਾਮ ਜਪਾਂਗੇ, ਉਹਦਾ ਸਿਮਰਨ ਕਰਾਂਗੇ, ਗੁਰੂ ਵਾਲੇ ਬਣ ਕੇ ਗੁਰੂ ਦਾ ਨਾਮ ਜਪਾਂਗੇ, ਤੇ ਸਤਿਗੁਰੂ ਜੀ ਕਹਿੰਦੇ ਫਿਰ ਇੰਨੀ ਕਿਰਪਾ ਹੋਣੀ, ਜਨਮ ਮਰਨ ਤੋਂ ਹੀ ਗੁਰੂ ਨੇ ਕੱਟ ਦੇਣਾ ਹੈ। ਅਸੀਂ ਕਹਿੰਦੇ ਜੀ ਨਾਮ ਤਾਂ ਅਸੀਂ ਹੁਣ ਵੀ ਜਪਦੇ ਹਾਂ, ਸਿਮਰਨ ਕਰਦੇ ਹਾਂ। ਜਿਵੇਂ ਅਸੀਂ ਕਹਿੰਦੇ ਹਾਂ ਨਾ ਵੀ ਕਿਸੇ ਨੂੰ ਅੰਮ੍ਰਿਤ ਛਕ ਲਓ ਜੀ, ਤੇ ਉਹ ਕਹਿੰਦੇ ਜੀ ਅਸੀਂ ਤਾਂ, ਸਾਡਾ ਤਾਂ ਅੰਮ੍ਰਿਤ ਹੀ ਹੈ, ਮਨ ਸਾਫ਼ ਹੈ ਸਾਡਾ, ਬਿਲਕੁਲ ਬਹੁਤ ਸਾਫ਼ ਹੈ ਸਾਡਾ ਮਨ, ਮੰਜਿਆ ਹੋਇਆ ਪੂਰਾ, ਤੇ ਕੋਈ ਸਾਡੇ ਵਿੱਚ ਐਬ ਨਹੀਂ ਹੈ। ਤੇ ਸਤਿਗੁਰੂ ਜੀ ਕਹਿੰਦੇ ਆ ਫਿਰ ਅੰਮ੍ਰਿਤ ਬਣਾਉਣ ਦੀ ਲੋੜ ਕੀ ਪਈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਪਰਿਵਾਰ ਵਾਰ ਕੇ ਅੰਮ੍ਰਿਤ ਦੀ ਦਾਤ ਸਾਨੂੰ ਦਿੱਤੀ ਹੈ, ਤੇ ਕੋਈ ਨਾ ਕੋਈ ਕਾਰਨ ਤਾਂ ਜ਼ਰੂਰ ਹੋਣਾ ਹੈ। ਗੁਰੂ ਵਾਲੇ ਬਣਨਾ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ, ਗੁਰੂ ਦੀ ਮੋਹਰ ਲੱਗ ਜਾਂਦੀ ਹੈ। ਜਿਵੇਂ ਹੁਣ ਅਸੀਂ ਕਾਗਜ਼ ਪੱਤਰ ਚੱਕੀ ਫਿਰੀਏ, ਕਿੰਨੀ ਚੱਕੀ ਫਿਰੀਏ, ਸਰਕਾਰੀ ਹੋਣ, ਕਿਸੇ ਵੀ ਜ਼ਮੀਨ ਦੇ ਹੋਣ, ਕੋਈ ਵੀ ਕਾਗਜ਼ ਹੋਵੇ, ਅਸੀਂ ਲਈ ਫਿਰੀਏ ਵੀ ਆਹ ਸਾਡੇ ਕੋਲੇ ਕਾਗਜ਼ ਹੈ, ਪਰ ਮਾਨਤਾ ਤਾਂ ਉਦੋਂ ਮਿਲਦੀ ਹੈ ਨਾ ਜਦੋਂ ਉਹਦੇ ਤੇ ਸਰਕਾਰੀ ਮੋਹਰ ਲੱਗਦੀ ਹੈ ਜਾਂ ਸਾਈਨ ਹੁੰਦੇ ਆ ਵੀ ਆਹ ਹੁਣ ਅੱਜ ਤੋਂ ਬਾਅਦ ਤੇਰੇ ਨਾਮ ਹੋ ਗਿਆ। ਉਵੇਂ ਅਸੀਂ ਕਹਿੰਦੇ ਭਾਵੇਂ ਥੱਬਾ ਕਾਗਜ਼ਾਂ ਦਾ ਚੱਕੀ ਫਿਰੀਏ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨਾਮ ਜਪੀ ਚੱਲ, ਪਰ ਜਦੋਂ ਗੁਰੂ ਵਾਲਾ ਨਾਮ ਬਣ ਕੇ ਨਾਮ ਜਪੇਂਗਾ, ਗੁਰੂ ਦੀ ਮੋਹਰ ਲੱਗ ਜਾਣੀ ਉੱਪਰ। ਗੁਰੂ ਦੀ ਜਦੋਂ ਮੋਹਰ ਲੱਗ ਪਈ ਤੇ ਤੂੰ ਪ੍ਰਵਾਨ ਹੋ ਜਾਣਾ ਹੈ ਗੁਰੂ ਦੇ ਚਰਨਾਂ ਵਿੱਚ। ਗੁਰੂ ਨੇ ਕਿਰਪਾ ਕਰ ਦੇਣੀ, ਜਨਮ ਮਰਨ ਦੋਹੂੰ ਤੇ ਛੁਟੈ, ਦੋਨਾਂ ਤੋਂ ਛੁੱਟ ਜਾਵੇਂਗਾ, ਭਵਜਲ ਜਗਤ ਸੰਸਾਰ ਜਿਹੜਾ ਤਰ ਜਾਵੇਂਗਾ। ਜਨਮ ਮਰਨ ਦਾ ਗੇੜ ਖਤਮ ਹੋ ਜਾਣਾ ਹੈ। ਤੇ ਗੁਰਮੁਖ ਪਿਆਰਿਓ, ਅੱਜ ਅਸੀਂ ਕਹਿ ਦਿੱਤਾ, ਤੁਸੀਂ ਸੁਣ ਲਿਆ, ਪਰ ਭਰੋਸਾ ਕਿਸੇ ਨੂੰ ਨਹੀਂ ਹੈ, ਵਿਸ਼ਵਾਸ ਕਿਸੇ ਨੂੰ ਨਹੀਂ ਹੈ। ਮਾਫ ਕਰਨਾ, ਇਹ ਬਾਣੀ ਤੇ ਅੱਜ ਕਿਸੇ ਨੂੰ ਭਰੋਸਾ ਹੀ ਨਹੀਂ। ਸੁਣ ਲੈਂਦੇ ਹਾਂ ਅਸੀਂ ਬੜੀ ਸ਼ਰਧਾ ਨਾਲ, ਪਰ ਵਿਸ਼ਵਾਸ ਨਹੀਂ। ਜੇ ਵਿਸ਼ਵਾਸ ਹੋਵੇ, ਸਤਿਗੁਰੂ ਜੀ ਕਹਿੰਦੇ ਫਿਰ ਉਸ ਰਸਤੇ ਤੇ ਤੁਰ ਪਵੇਂ। ਜਨਮ ਮਰਨ ਦੋਹੂੰ ਤੇ ਛੂਟੈ, ਭਵਜਲ ਜਗਤ ਤਰਾਇਣ। ਸਤਿਗੁਰੂ ਜੀ ਕਹਿੰਦੇ ਭਵਜਲ ਸੰਸਾਰ ਤੋਂ ਫਿਰ ਗੁਰੂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਗੁਰੂ ਤੇਰੀ ਬਾਂਹ ਫੜ ਕੇ ਤੈਨੂੰ ਪਾਰ ਲੰਘਾਉਂਦਾ ਹੈ, ਕਿਰਪਾ ਕਰਦਾ ਹੈ, ਰਹਿਮਤ ਕਰਦਾ ਹੈ, ਤਰ ਜਾਵੇਂਗਾ ਸੰਸਾਰ ਤੋਂ। ਅੱਗੇ ਕਹਿੰਦੇ ਹਨ, ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ। ਖੋਜ ਕਰਦਿਆਂ ਕਰਦਿਆਂ ਸਤਿਗੁਰੂ ਜੀ ਕਹਿੰਦੇ ਤਤ ਦਾ ਅਰਥ ਹੈ ਅਸਲੀਅਤ। ਤਤ ਨਿਕਲਦਾ ਜਿਉਂ ਅਸਲ ਸਿੱਟਾ। ਸਤਿਗੁਰੂ ਜੀ ਕਹਿੰਦੇ ਖੋਜ ਕਰਦਿਆਂ ਕਰਦਿਆਂ ਪਰਮਾਤਮਾ ਦੇ ਦਾਸ ਅਸਲੀਅਤ ਵਿੱਚ ਵਿਚਾਰ ਲੈਂਦੇ ਆ, ਤੇ ਪਰਮਾਤਮਾ ਦੇ ਆਸਰੇ ਹੀ ਰਹਿੰਦੇ ਹਮੇਸ਼ਾ, ਸਦਾ ਹੀ ਉਹਦੇ ਚਰਨਾਂ ਦਾ ਆਸਰਾ। ਕਿਉਂਕਿ ਹੋਰ ਕੋਈ ਆਸਰਾ ਵੀ ਹੈ ਨਹੀਂ ਸੰਸਾਰ ਤੇ। ਸਾਨੂੰ ਕਿੰਨਾ ਕੁ ਚਿਰ ਸੰਸਾਰ ਤੇ ਆਸਰਾ ਲਵਾਂਗੇ, ਰਿਸ਼ਤੇਦਾਰੀ, ਸਾਕ ਸੰਬੰਧੀ, ਯਾਰ ਮਿੱਤਰ, ਕਿੰਨਾ ਕੁ ਚਿਰ ਆਸਰਾ ਲਵਾਂਗੇ। ਆਖਰ ਨੂੰ ਸਾਰੇ ਆਸਰੇ ਖਤਮ ਹੋ ਜਾਣੇ ਆ, ਕੇਵਲ ਪਰਮਾਤਮਾ ਦਾ ਹੀ ਆਸਰਾ ਰਹਿਣਾ ਹੈ। ਤੇ ਜਿਨ੍ਹਾਂ ਨੂੰ ਉਹਦੇ ਤੇ ਭਰੋਸਾ ਹੁੰਦਾ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਪਰਮਾਤਮਾ ਤੋਂ ਬਿਨਾਂ ਆਸਰਾ, ਵਿਸ਼ਵਾਸ ਪਰਮਾਤਮਾ ਤੇ ਰੱਖੀਏ, ਉਹਦੇ ਤੋਂ ਬਿਨਾਂ ਸਾਥ ਦੇਣ ਵਾਲਾ ਕੋਈ ਨਹੀਂ ਹੈ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ। ਉਹ ਫਿਰ ਪਰਮਾਤਮਾ ਦੇ ਪਿਆਰੇ ਪ੍ਰਭੂ ਪਰਮੇਸ਼ਰ ਤੇ ਹੀ ਭਰੋਸਾ ਰੱਖਦੇ, ਤੇ ਉਹਦੇ ਮੂਹਰੇ ਅਰਦਾਸਾਂ ਬੇਨਤੀਆਂ ਜੋਦਰੀਆਂ ਕਰਦੇ, ਸਦਾ ਹੀ ਉਹਦਾ ਚਰਨਾਂ ਦਾ ਸਹਾਰਾ ਲੈਂਦੇ ਆ। ਤੇ ਅੱਗੇ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਉਚਾਰਨ ਕਰਦੇ ਅਖੀਰਲੀ ਪੰਕਤੀ ਵਿੱਚ, ਅਬਨਾਸੀ ਖੇਮ ਚਾਹੈ ਜੇ ਨਾਨਕ, ਸਦਾ ਸਿਮਰ ਨਾਰਾਇਣ। ਅਬਨਾਸੀ ਖੇਮ, ਕਦੇ ਨਾ ਖਤਮ ਹੋਣ ਵਾਲਾ ਸੁੱਖ, ਕਦੇ ਨਾ ਮੁੱਕਣ ਵਾਲਾ ਸੁੱਖ। ਅਬਨਾਸੀ ਖੇਮ, ਸਦਾ ਸ਼ਾਂਤੀ ਵਿੱਚ ਰਹਿਣਾ ਚਾਹੁੰਦਾ ਹੈ, ਮੁਕਤ ਹੋਣਾ ਚਾਹੁੰਦਾ ਹੈ, ਸੰਸਾਰ ਦੇ ਦੁੱਖਾਂ ਤੋਂ ਉੱਪਰ ਉੱਠਣਾ ਚਾਹੁੰਦਾ। ਤੇ ਸਤਿਗੁਰੂ ਜੀ ਕਹਿੰਦੇ ਅਬਨਾਸੀ ਖੇਮ ਚਾਹੈ ਜੇ ਨਾਨਕ, ਜੇ ਚਾਹੁੰਦਾ ਹੈ ਤੇ ਫਿਰ ਕਹਿੰਦੇ ਸਦਾ ਸਿਮਰ ਨਾਰਾਇਣ। ਸਦਾ ਹੀ ਪਰਮੇਸ਼ਰ ਨਾਰਾਇਣ ਵਾਹਿਗੁਰੂ ਨੂੰ ਸਿਮਰਦਾ ਰਹੇ, ਸਦਾ ਹੀ ਉਹਨੂੰ ਚੇਤੇ ਰੱਖ, ਕਦੇ ਭੁੱਲ ਨਾ, ਕਦੇ ਉਹਨੂੰ ਵਿਸਾਰ ਨਾ। ਜਦੋਂ ਵਿਸਾਰਦੇ ਹਾਂ ਉਦੋਂ ਅਸੀਂ ਦੁੱਖਾਂ ਵਿੱਚ ਡਿੱਗਦੇ ਹਾਂ। ਜਦੋਂ ਪਰਮਾਤਮਾ ਨੂੰ ਭੁੱਲਦੇ ਹਾਂ ਫਿਰ ਅਸੀਂ ਅਵਗਣ ਕਰਦੇ ਹਾਂ, ਤੇ ਅਵਗਣ ਦੁੱਖਾਂ ਦਾ ਕਾਰਨ ਬਣਦੇ ਆ। ਫਿਰ ਅਸੀਂ ਮਾੜੇ ਰਸਤੇ, ਗਲਤ ਰਸਤੇ ਪੈ ਜਾਂਦੇ ਹਾਂ, ਤੇ ਉਹੀ ਫਿਰ ਦੁੱਖ ਸਾਨੂੰ ਆ ਕੇ ਘੇਰ ਲੈਂਦੇ ਆ। ਇਸ ਕਰਕੇ ਜਦੋਂ ਚੇਤੇ ਰਹੂ ਪਰਮਾਤਮਾ, ਉਦੋਂ ਪਾਪ ਵੀ ਕੱਟੇ ਜਾਣੇ, ਦੁੱਖ ਵੀ ਕੱਟੇ ਜਾਣੇ ਆ, ਫਿਰ ਸਹੀ ਰਸਤੇ ਤੇ ਤੁਰੇ ਜਾਵਾਂਗੇ, ਗੁਰੂ ਦੀ ਕਿਰਪਾ ਹੋ ਜਾਣੀ ਹੈ। ਭੁੱਲ ਚੁੱਕ ਵੀ ਹੋ ਜਾਵੇ ਤੇ ਗੁਰੂ ਆਪ ਕਿਰਪਾ ਕਰਕੇ ਬਖਸ਼ ਲੈਂਦਾ ਹੈ, ਰਹਿਮਤ ਕਰਦਾ ਹੈ,
ਸਿੱਧੇ ਰਸਤੇ ਤੇ ਆਪ ਤੋਰ ਦਿੰਦਾ ਹੈ। ਇਸ ਕਰਕੇ ਸਦਾ ਹੀ ਉਹਦੇ ਚਰਨਾਂ ਵਿੱਚ ਜੁੜੇ ਰਹੀਏ, ਸਦਾ ਉਹਨੂੰ ਸਿਮਰਦੇ ਰਹੀਏ। ਸਤਿਗੁਰੂ ਜੀ ਕਹਿੰਦੇ ਜੇ ਅਸਲ ਸੁੱਖ ਚਾਹੁੰਦੇ ਆ, ਪ੍ਰਾਪਤ ਕਰਨੇ ਆ, ਸਦਾ ਸ਼ਾਂਤੀ ਲੈਣੀ ਆ, ਸੁੱਖ ਲੈਣੇ ਆ, ਤੇ ਫਿਰ ਸਦਾ ਹੀ ਉਸ ਪਰਮਾਤਮਾ ਨੂੰ ਸਿਮਰਦੇ ਰਹੀਏ। ਕਿਉਂਕਿ ਜਿੱਥੇ ਪਰਮਾਤਮਾ ਦਾ ਸਿਮਰਨ ਹੈ ਉੱਥੇ ਸਾਰੇ ਸੁੱਖ ਆ ਜਾਂਦੇ ਆ, ਦੁੱਖ ਚਾਲਾ ਪਾ ਦਿੰਦੇ ਆ, ਕਿਰਪਾ ਹੋ ਜਾਂਦੀ। ਅਬਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਸਦਾ ਉਸ ਨਾਰਾਇਣ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਨੂੰ ਸਿਮਰਦਾ ਰਹਿ ਜੀ। ਇਹ ਸੀ ਸਤਿਗੁਰੂ ਜੀ ਦਾ ਅੱਜ ਦਾ ਮੁੱਖ ਵਾਕ। ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਜੀ। ਗਲਤੀਆਂ ਭੁੱਲਾਂ ਦੀ ਖਿਮਾ, ਆਸੀਸ ਦੇਣੀ, ਦੇਹੋ ਸਜਣ ਅਸੀਸੜੀਆਂ, ਜੇ ਹੋਵੈ ਸਾਹਿਬ ਸਿਉ ਮੇਲ। ਅੱਜ ਦੀਵਾਲੀ ਅਤੇ ਬੰਦੀ ਛੋੜ ਦਿਵਸ ਹੈ। ਦੁਬਾਰਾ ਫਿਰ ਸਮੂਹ ਸੰਗਤਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ। ਅਰਦਾਸ ਕਰੀਏ ਗੁਰੂ ਦੇ ਚਰਨਾਂ ਵਿੱਚ, ਸਤਿਗੁਰੂ ਜੀ ਸਾਨੂੰ ਵੀ ਆਪਣੇ ਚਰਨਾਂ ਵਿੱਚ ਜੋੜ ਲਓ। ਸਾਡੇ ਵੀ ਜਿਹੜੇ ਬੰਧਨ ਪਏ ਹੋਏ ਉਹ ਟੁੱਟ ਜਾਣ, ਕਿਰਪਾ ਕਰੋ। ਅਸੀਂ ਵੀ ਤੇਰੇ ਚਰਨਾਂ ਵਿੱਚ ਜੁੜ ਜਾਈਏ ਤਾਂ ਕਿ ਸਾਡਾ ਵੀ ਆਇਆ ਜੀਵਨ ਪ੍ਰਵਾਨ ਹੋ ਜਾਵੇ, ਸਫਲਾ ਹੋ ਜਾਵੇ, ਤੈਨੂੰ ਭਾ ਜਾਈਏ, ਤੇਰੇ ਮੂਹਰੇ ਪ੍ਰਵਾਨ ਹੋ ਜਾਈਏ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀ ਹਾਜ਼ਰੀ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ, ਸੇਵਾ ਸਿਮਰਨ ਦੀਆਂ ਦਾਤਾਂ, ਘਰਾਂ ਪਰਿਵਾਰਾਂ ਵਿਖੇ ਦੇਹ ਰੋਗਤਾਵਾਂ, ਸੁੱਖ ਸ਼ਾਂਤੀਆਂ, ਚੜ੍ਹਦੀਆਂ ਕਲਾ ਬਖਸ਼ਣ ਜੀ। ਮਨ ਦੀਆਂ ਭਾਵਨਾਵਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਪੂਰੀਆਂ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਗਲਤੀਆਂ ਭੁੱਲਾਂ ਦੀ ਖਿਮਾ, ਆਸੀਸ ਦੇਣੀ, ਦੇਹੋ ਸੱਜਣ ਅਸੀਸੜੀਆਂ, ਜੇ ਹੋਵੈ ਸਾਹਿਬ ਸਿਉ ਮੇਲ। ਬੁਲਾਓ ਫਤਿਹ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।